ਵੱਖ-ਵੱਖ ਸਕੂਲਾਂ ਤੋਂ ਜੁੜੇ ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਹਿਬਾਨ ਤੇ ਬਹੁਤ ਹੀ ਪਿਆਰੇ ਬੱਚਿਓ, ਸਾਈਬਰ ਜਾਗਰੂਕਤਾ ਮੁਹਿੰਮ ਦੇ ਤਹਿਤ ਕਰਵਾਏ ਜਾ ਰਹੇ ਇਸ ਵੈਬੀਨਾਰ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਪਿਆਰੇ ਬੱਚਿਓ, ਹੁਣ ਤੱਕ ਦੀਆਂ ਸਾਈਬਰ ਅਵੇਅਰਨੈਸ ਐਕਟੀਵਿਟੀਜ਼ ਤੋਂ ਤੁਸੀਂ ਇਸ ਗੱਲ ਤੋਂ ਭਲੀ-ਭਾਂਤੀ ਜਾਣੂ ਹੋ ਗਏ ਹੋਵੋਗੇ ਕਿ ਸਾਈਬਰ ਸਪੇਸ ਐਕਚੁਅਲੀ ਹੈ ਕੀ। ਬੱਚਿਓ, ਸਾਈਬਰ ਸਪੇਸ ਇੱਕ ਗਲੋਬਲ ਡੋਮੇਨ ਹੈ, ਇੱਕ ਇਹੋ ਜਿਹਾ ਗਲੋਬਲ ਡੋਮੇਨ ਜਿਹਦੇ ਵਿੱਚ ਅਸੀਂ ਸੁਤੰਤਰ ਨੈਟਵਰਕਸ ਦੀ ਵਰਤੋਂ ਟੈਲੀਕਮਿਊਨੀਕੇਸ਼ਨ ਨੈਟਵਰਕਸ, ਕੰਟਰੋਲਰਸ, ਇੰਟਰਨੈਟ ਤੇ ਇੰਬੈਡਡ ਪ੍ਰੋਸੈਸਰਸ ਦੇ ਨਾਲ ਕਰਦੇ ਹੋ। ਸੋ ਬੇਟਾ, ਸਾਰੇ ਜਿਹੜੇ ਕੰਪਿਊਟਰ ਨੇ, ਕੰਪਿਊਟਰਾਈਜ਼ਡ ਇਲੈਕਟ੍ਰੋਨਿਕ ਡਿਵਾਈਸਿਸ ਨੇ ਜਿਨ੍ਹਾਂ ਦੇ ਥਰੂ ਅਸੀਂ ਕਮਿਊਨੀਕੇਟ ਕਰਦੇ ਹਾਂ ਤੇ ਜਿਨ੍ਹਾਂ ਦੇ ਥਰੂ ਅਸੀਂ ਡਾਟਾ ਨੂੰ ਟ੍ਰਾਂਸਫਰ ਕਰਦੇ ਹਾਂ, ਉਹ ਸਾਈਬਰ ਸਪੇਸ ਵਿੱਚ ਆਉਂਦੇ ਨੇ। ਤੇ ਬੇਟਾ, ਜਦੋਂ ਇਹਨਾਂ ਕੰਪਿਊਟਰ ਤੇ ਕੰਪਿਊਟਰਾਈਜ਼ਡ ਇਲੈਕਟ੍ਰੋਨਿਕ ਡਿਵਾਈਸਿਸ ਦੀ ਵਰਤੋਂ ਕ੍ਰਿਮੀਨਲ ਐਕਟੀਵਿਟੀਜ਼ ਨੂੰ ਪਰਫਾਰਮ ਕਰਨ ਲਈ ਕੀਤੀ ਜਾਂਦੀ ਹੈ ਤਾਂ ਉਸਨੂੰ ਸਾਈਬਰ ਕ੍ਰਾਈਮ ਦਾ ਨਾਮ ਦਿੱਤਾ ਜਾਂਦਾ ਹੈ। ਪਿਆਰੇ ਬੱਚਿਓ, ਅੱਜ ਦੇ ਇਸ ਵੈਬੀਨਾਰ ਵਿੱਚ ਅਸੀਂ ਬਹੁਤ ਹੀ ਕਾਮਨ ਤੇ ਖਤਰਨਾਕ ਫਰਾਡ ਜਿਹੜੇ ਅੱਜ ਕੱਲ੍ਹ ਹੋ ਰਹੇ ਨੇ ਉਹਨਾਂ ਬਾਰੇ ਚਰਚਾ ਕਰਾਂਗੇ, ਜਿਵੇਂ ਕਿ ਫਿਸ਼ਿੰਗ, ਸਪੂਫਿੰਗ, ਆਈਡੈਂਟੀਟੀ ਥੈਫਟ, ਰੈਂਸਮਵੇਅਰ ਆਦਿ। ਸਭ ਤੋਂ ਪਹਿਲਾ ਕ੍ਰਾਈਮ ਹੈ ਫਿਸ਼ਿੰਗ। ਬੱਚਿਓ, ਫਿਸ਼ਿੰਗ ਈਮੇਲ ਦੇ ਜ਼ਰੀਏ ਕੀਤਾ ਜਾਣ ਵਾਲਾ ਇੱਕ ਘੋਟਾਲਾ ਹੈ। ਇਸ ਵਿੱਚ ਅਟੈਕ ਕਰਤਾ ਇੱਕ ਗਲਤ ਈਮੇਲ ਆਈਡੀ ਬਣਾਉਂਦਾ ਹੈ ਤੇ ਤੁਹਾਨੂੰ ਫਾਈਨੈਂਸ਼ੀਅਲੀ ਫਰਾਡ ਕਰਦਾ ਹੈ। ਇਸ ਵਿੱਚ ਜਿਹੜਾ ਸਭ ਤੋਂ ਕਾਮਨ ਤੇ ਖਤਰਨਾਕ ਫਰਾਡ ਹੈ ਨਾ, ਉਹ ਹੈਗਾ CEO ਫਰਾਡ, ਭਾਵ ਸੀਨੀਅਰ ਐਗਜ਼ੀਕਿਊਟਿਵ ਆਫਿਸਰ ਫਰਾਡ। ਅਟੈਕ ਕਰਤਾ ਕਿਸੇ ਨਾਮੀ ਗ੍ਰਾਮੀ ਕੰਪਨੀ ਦੇ CEO ਦੇ ਰੂਪ ਵਿੱਚ ਇੱਕ ਗਲਤ ਈਮੇਲ ਆਈਡੀ ਬਣਾ ਕੇ EMPLOYEES ਤੋਂ ਪੈਸਿਆਂ ਦੀ ਡਿਮਾਂਡ ਕਰਦਾ ਹੈ ਤੇ ਇਸ ਫਰਾਡ ਦੇ ਜ਼ਰੀਏ ਹੁਣ ਤੱਕ $33 ਮਿਲੀਅਨ ਤੱਕ ਦਾ ਜਿਹੜਾ ਜਬਰੀ ਵਸੂਲੀ ਦਾ ਰਿਕਾਰਡ ਹੈ ਉਹ ਦਰਜ ਕੀਤਾ ਗਿਆ ਹੈ। ਅਟੈਕਰ ਤਾਂ ਤੁਹਾਨੂੰ ਇਹ ਪੂਰੀ ਤਰ੍ਹਾਂ ਯਕੀਨੀ ਬਣਾਉਂਦਾ ਹੈ ਕਿ ਤੁਹਾਨੂੰ ਜਿਹੜੀ ਮੇਲ ਆਈ ਹੈ ਉਹ ਕਿਸੇ ਟਰਸਟਡ ਸੋਰਸ ਤੋਂ ਆਈ ਹੈ। ਉਹ ਤੁਹਾਡਾ ਯਕੀਨ ਜਿੱਤਣ ਲਈ ਤੁਹਾਨੂੰ ਕਹਿੰਦਾ ਹੈ, ਫੋਰ ਐਗਜ਼ਾਮਪਲ ਉਹ ਤੁਹਾਨੂੰ ਕਹਿੰਦਾ ਹੈ ਕਿ ਤੁਹਾਡੇ ਜਿਹੜੇ ਅਕਾਊਂਟ ਦੀ ਸਿਕਿਉਰਿਟੀ ਹੈ ਕੰਪਰੋਮਾਈਜ਼ ਹੋ ਚੁੱਕੀ ਹੈ, ਜਾਂ ਅਸੀਂ ਸਿਕਿਉਰਿਟੀ ਸੈੱਲ ਤੋਂ ਬੋਲ ਰਹੇ ਹਾਂ, ਜਾਂ ਪਿਛਲੇ 48 ਘੰਟੇ ਦੇ ਅੰਦਰ ਅੰਦਰ ਅਸੀਂ ਤੁਹਾਡੇ ਅਕਾਊਂਟ ਵਿੱਚ ਕੋਈ ਗਲਤ ਐਕਟੀਵਿਟੀ ਪਰਫਾਰਮ ਹੁੰਦੀ ਦੇਖੀ ਹੈ। ਉਹ ਫਿਰ ਤੁਹਾਨੂੰ ਇੱਕ URL ਸੈਂਡ ਕਰਦਾ ਹੈ ਤੇ ਉਸ URL ਤੇ ਕਲਿੱਕ ਕਰਕੇ ਤੁਹਾਨੂੰ ਆਪਣੀ ਡਿਟੇਲ ਐਂਟਰ ਕਰਨ ਲਈ ਕਹਿੰਦਾ ਹੈ। ਹੁੰਦਾ ਕੀ ਹੈ, ਕਾਮਨ ਯੂਜ਼ਰਸ URL ਤੇ ਕਲਿੱਕ ਕਰਦੇ ਨੇ ਤੇ ਇੱਕ ਅਨਟਰਸਟਡ ਜਿਹੜੀ ਸਾਈਟ ਹੈ, ਇੱਕ ਫੇਕ ਵੈਬਸਾਈਟ ਹੈ, ਉਹ ਓਪਨ ਹੋ ਜਾਂਦੀ ਹੈ। ਜਦੋਂ ਤੁਸੀਂ ਉਸ ਤੇ ਬੇਟਾ ਆਪਣੀ ਡਿਟੇਲ ਐਂਟਰ ਕਰਦੇ ਹੋ ਤਾਂ ਕੁਝ ਵੀ ਓਪਨ ਹੋਣ ਦੀ ਬਜਾਏ ਤੁਹਾਡੀ ਜਿਹੜੀ ਡਿਟੇਲ ਹੈ, ਕੁਝ ਓਪਨ ਹੋਵੇ ਜਾਂ ਨਾ ਹੋਵੇ, ਤੁਹਾਡੀ ਡਿਟੇਲ ਅਟੈਕ ਕਰਤਾ ਦੇ ਕੋਲ, ਸਕੈਮਰ ਦੇ ਕੋਲ ਪਹੁੰਚ ਜਾਂਦੀ। ਜਦੋਂ ਤੱਕ ਤੁਸੀਂ ਕੋਈ ਬਚਾਅ ਦਾ ਤਰੀਕਾ ਅਪਣਾਉਂਦੇ ਹੋ ਉਸ ਤੋਂ ਪਹਿਲਾਂ ਹੀ ਤੁਹਾਡਾ ਜਿਹੜਾ ਸਾਰਾ ਫਾਈਨੈਂਸ਼ੀਅਲ ਡਾਟਾ, ਤੁਹਾਡਾ ਪਰਸਨਲ ਡਾਟਾ, ਉਹ ਅਟੈਕ ਕਰਤਾ ਦੁਆਰਾ ਹੈਕ ਕਰ ਲਿਆ ਜਾਂਦਾ ਹੈ ਤੇ ਤੁਹਾਡਾ ਵੱਡਾ ਨੁਕਸਾਨ ਹੋ ਜਾਂਦਾ ਹੈ। ਸੋ ਫਿਸ਼ਿੰਗ ਦੇ ਅਟੈਕ ਤੋਂ ਬਚਣ ਲਈ ਕਿਸੇ ਵੀ ਅਨਨੋਨ, ਕਿਸੇ ਵੀ ਅਨਵਾਂਟਡ ਈਮੇਲ ਨੂੰ ਕਦੀ ਵੀ ਓਪਨ ਨਾ ਕਰੋ, ਭਾਵੇਂ ਤੁਹਾਨੂੰ ਉਹ ਕਿਸੇ ਟਰਸਟਡ ਸੋਰਸ ਤੋਂ ਹੀ ਆਈ ਹੈ। ਨਾ ਹੀ ਕਿਸੇ ਅਨਆਥੋਰਾਈਜ਼ਡ URL ਤੇ ਕਲਿੱਕ ਕਰੋ ਜਦੋਂ ਤੱਕ ਤੁਸੀਂ ਉਸਦੀ ਵੈਰੀਫਿਕੇਸ਼ਨ ਨਹੀਂ ਕਰ ਲੈਂਦੇ। नेक्स्ट स्कैम है बेटा स्पूफिंग की है। स्पूफिंग इज एन आर्ट ऑफ फेकिंग अ रियल आइडेंटिटी। स्पूफिंग एक असली पहचान दी डुप्लीकेट कॉपी क्रिएट करके फ्रॉड करन दी एक कला है। इस विच अटैकर एक रियल डोमेन नाल मिलदा जुलदा एक फेक डोमेन बुक करदा है। फॉर एग्जाम्पल उसने फेक डोमेन बुक किया facebook.com, ਤਾਂ ਉਹਦੇ ਵਿੱਚ ਉਹ ਕੀ ਕਰਦਾ ਆ, ਫੇਸਬੁੱਕ ਦੇ ਡਬਲ ਉਹਦੀ ਜਗ੍ਹਾ ਤੇ $00 ਯੂਜ਼ ਕਰਦਾ ਹੈ। ਇਸ ਤਰ੍ਹਾਂ ਉਹ ਰੀਅਲ ਡੋਮੇਨ ਦੇ ਹੂਬਹੂ ਮਿਲਦਾ ਜੁਲਦਾ ਇੱਕ ਫੇਕ ਡੋਮੇਨ ਬੁੱਕ ਕਰਦਾ ਹੈ। ਸਪੂਫਿੰਗ ਕਿੱਥੇ ਕਿੱਥੇ ਹੋ ਸਕਦੀ ਹੈ? ਸਪੂਫਿੰਗ ਈਮੇਲ ਦੇ ਜ਼ਰੀਏ, ਵੈਬਸਾਈਟਸ ਦੇ ਜ਼ਰੀਏ, IP ਐਡਰੈਸਿਸ ਦੇ ਜ਼ਰੀਏ, ਮੈਕ ਐਡਰੈਸਿਸ ਦੇ ਜ਼ਰੀਏ, GPS ਲੋਕੇਸ਼ਨ ਦੇ ਜ਼ਰੀਏ ਹੋ ਸਕਦੀ ਹੈ। ਸੋ ਈਮੇਲ ਐਡਰੈਸ ਦੇ ਜ਼ਰੀਏ ਜਦੋਂ ਸਪੂਫਿੰਗ ਹੁੰਦੀ ਹੈ ਤਾਂ ਅਟੈਕਰ ਇੱਕ ਓਰੀਜਨਲ ਈਮੇਲ ਆਈਡੀ ਦੀ ਇੱਕ ਡੁਪਲੀਕੇਟ ਈਮੇਲ ਆਈਡੀ ਕ੍ਰੀਏਟ ਕਰਦਾ ਹੈ ਜਿਹਦੇ ਵਿੱਚ ਉਹ ਮਾਈਨਰ ਜਿਹੀਆਂ ਸਪੈਲਿੰਗ ਮਿਸਟੇਕਸ ਕਰਦਾ ਹੈ। ਸੋ ਯੂਜ਼ਰਸ ਨੂੰ ਈਮੇਲ ਆਈਡੀ ਜਿਹੜਾ ਸੈਂਡਰ ਹੁੰਦਾ ਹੈ ਉਹਦੀ ਈਮੇਲ ਆਈਡੀ ਨੂੰ ਬਹੁਤ ਚੰਗੀ ਤਰ੍ਹਾਂ ਵੈਰੀਫਾਈ ਕਰਨਾ ਚਾਹੀਦਾ ਹੈ ਤੇ ਉਹਦੇ ਸਪੈਲਿੰਗ ਨੂੰ ਬਹੁਤ ਚੰਗੀ ਤਰ੍ਹਾਂ ਚੈੱਕ ਕਰਨਾ ਚਾਹੀਦਾ ਹੈ ਤੇ ਇਹ ਵੀ ਮੇਕ ਸ਼ੋਰ ਕਰਨਾ ਚਾਹੀਦਾ ਹੈ ਕਿ ਕੰਪਨੀ ਦੇ ਨੈਟਵਰਕ ਤੇ ਸਪੂਫਿੰਗ ਈਮੇਲ ਆਈਡੀ ਦੀ ਫੈਸਿਲਿਟੀ ਪ੍ਰੋਵਾਈਡ ਕਰਨ ਵਾਲੀ ਕੋਈ ਵੈਬਸਾਈਟ ਕੰਮ ਨਾ ਕਰ ਰਹੀ ਹੋਵੇ। ਠੀਕ ਹੈ, ਇਸੇ ਤਰ੍ਹਾਂ ਕਾਲਰ ਆਈਡੀ ਦੇ ਥਰੂ ਅਟੈਕਰ ਇੱਕ ਫੇਕ ਨੰਬਰ ਤੋਂ ਕਾਲ ਕਰਦਾ ਹੈ ਐਂਡ ਹੀ ਪ੍ਰਟੈਂਡ ਟੂ ਬੀ ਸਮਵਨ ਐਲਸ। ਉਹ ਕਿਸੇ ਹੋਰ ਦੀ ਪਹਿਚਾਣ ਦੱਸਦਾ ਹੈ, ਕਿਸੇ ਹੋਰ ਦੀ ਪਹਿਚਾਣ ਦੱਸ ਕੇ ਉਹ ਉਸਦੀ ਜਿਹੜੀ ਓਰੀਜਨਲ ਆਈਡੈਂਟਿਟੀ ਹੈ, ਜਿਸ ਦੀ ਉਸਨੇ ਪਹਿਚਾਣ ਦੱਸੀ ਹੈ, ਉਸਨੂੰ ਹਾਈਡ ਕਰ ਦਿੰਦਾ ਹੈ। ਇਸ ਤਰੀਕੇ ਨਾਲ ਕਾਲਰ ਆਈਡੀ ਦੇ ਜ਼ਰੀਏ ਸਪੂਫ ਕੀਤਾ ਜਾਂਦਾ ਹੈ। ਭਾਰਤ ਦੇ ਵਿੱਚ ਕਾਲਰ ਆਈਡੀ ਦੇ ਜ਼ਰੀਏ ਸਪੂਫਿੰਗ ਪ੍ਰੋਵਾਈਡ ਕਰਨ ਵਾਲੀਆਂ ਬਹੁਤ ਸਾਰੀਆਂ ਜਿਹੜੀਆਂ ਵੈਬਸਾਈਟ ਨੇ, ਜਿਵੇਂ ਕਿ crazy.com ਤੇ ਕਈ ਹੋਰ ਵੈਬਸਾਈਟਸ ਨੇ ਜਿਹੜੀਆਂ ਭਾਰਤ ਸਰਕਾਰ ਵੱਲੋਂ ਬਲੌਕ ਕਰ ਦਿੱਤੀਆਂ ਗਈਆਂ ਹਨ।
ਬੱਚਿਓ ਤੁਹਾਨੂੰ ਇਹ ਸੁਣ ਕੇ ਹੈਰਾਨਗੀ ਹੋਊਗੀ ਕਿ ਬਹੁਤ ਸਾਰੀਆਂ ਅਜਿਹੀਆਂ ਵੈਬਸਾਈਟਸ ਅਵੇਲੇਬਲ ਨੇ ਜਿਹੜੀਆਂ ਕਿ ਤੁਹਾਨੂੰ ਇੱਕ ਡੁਪਲੀਕੇਟ ਡੋਮੇਨ ਅਵੇਲ ਕਰਵਾਉਣ ਦੀ ਫੈਸਿਲਿਟੀ ਅਵੇਲੇਬਲ ਕਰਵਾਉਂਦੀਆਂ ਨੇ ਤੇ ਤੁਹਾਨੂੰ ਫ੍ਰੀ ਵੈਬ ਹੋਸਟਿੰਗ ਦੀ ਫੈਸਿਲਿਟੀ ਵੀ ਅਵੇਲੇਬਲ ਕਰਵਾਉਂਦੀਆਂ ਨੇ। ਈਵਨ ਕਿ ਕਈ ਅਜਿਹੇ ਵੈਬ ਮਿਰਰਿੰਗ ਟੂਲ ਵੀ ਅਵੇਲੇਬਲ ਨੇ ਜਿਹੜੇ ਕਿ ਬਿਲਕੁਲ ਹੂਬਹੂ ਰੀਅਲ ਵੈਬਸਾਈਟ ਦੀ ਇੱਕ ਡੁਪਲੀਕੇਟ ਕਾਪੀ ਤੁਹਾਨੂੰ ਪ੍ਰੋਵਾਈਡ ਕਰਵਾਉਂਦੀਆਂ ਨੇ। ਇਸੇ ਤਰ੍ਹਾਂ ਅਗਲਾ ਸਕੈਮ ਹੈ ਸਾਡੇ ਕੋਲ ਰੈਂਸਮਵੇਅਰ। ਰੈਂਸਮਵੇਅਰ ਇੱਕ ਅਜਿਹਾ ਅਟੈਕ ਹੈ ਜਿਸ ਦੇ ਵਿੱਚ ਤੁਹਾਡਾ ਸਾਰਾ ਕੌਨਫੀਡੈਂਸ਼ੀਅਲ ਡਾਟਾ ਕੋਡਸ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ, ਇਨਕ੍ਰਿਪਟ ਕਰ ਦਿੱਤਾ ਜਾਂਦਾ ਹੈ ਤੇ ਅਟੈਕਰ ਉਸ ਨੂੰ ਡਿਕ੍ਰਿਪਟ ਕਰਨ ਲਈ ਤੁਹਾਡੇ ਤੋਂ ਇੱਕ ਵੱਡੀ ਅਮਾਉਂਟ ਦੀ ਮੰਗ ਕਰਦਾ। ਰੀਸੈਂਟਲੀ ਏਮਸ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਇੱਕ ਬਹੁਤ ਹੀ ਮੰਨਿਆ ਪ੍ਰਮੰਨਿਆ ਇੰਡੀਆ ਦਾ ਹਸਪੀਟਲ 23 ਨਵੰਬਰ 2022 ਨੂੰ ਰੈਂਸਮਵੇਅਰ ਦਾ ਸ਼ਿਕਾਰ ਹੋਇਆ ਹੈ। ਤੇ ਬੱਚਿਓ ਤੁਹਾਨੂੰ ਇਹ ਸੁਣ ਕੇ ਹੈਰਾਨਗੀ ਹੋਊਗੀ ਕਿ ਜਦੋਂ ਤੱਕ ਜਾਂਚਕਰਤਾ ਟੀਮ ਨੇ ਇਸ ਨੂੰ ਰੈਂਸਮਵੇਅਰ ਦਾ ਸ਼ਿਕਾਰ ਘੋਸ਼ਿਤ ਕੀਤਾ ਉਸ ਤੋਂ 2 ਦਿਨ ਪਹਿਲਾਂ ਤੱਕ ਇਸ ਤੇ ਰੈਂਸਮਵੇਅਰ ਅਟੈਕ ਹੋ ਚੁੱਕਿਆ ਸੀ, ਜਿਹਦੇ ਨਾਲ 44 ਮਿਲੀਅਨ ਡਾਲਰਸ ਤੱਕ ਦਾ ਜਿਹੜਾ ਜਬਰੀ ਵਸੂਲੀ ਦਾ ਰਿਕਾਰਡ ਸੀ ਉਹ ਦਰਜ ਕੀਤਾ ਗਿਆ ਸੀ। ਸੋ ਅਜਿਹੇ ਕ੍ਰਾਈਮ ਤੋਂ ਬਚਣ ਲਈ ਆਲਵੇਜ਼ ਯੂਜ਼ VPN। VPN ਕੀ ਹੈ? ਵਿਰਚੁਅਲ ਪ੍ਰਾਈਵੇਟ ਨੈਟਵਰਕ। ਬੇਟਾ ਜਦੋਂ ਤੁਸੀਂ ਰੈਂਡਮਲੀ ਇੱਕ ਕਾਮਨ ਬ੍ਰਾਊਜ਼ਰ ਦੇ ਉੱਤੇ ਕੁਝ ਸਰਚ ਕਰਦੇ ਹੋ ਤਾਂ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਤੁਹਾਡਾ ਇੰਟਰਨੈਟ ਸਰਵਿਸ ਪ੍ਰੋਵਾਈਡਰ ਈਵਨ ਕੋਈ ਵੀ ਥਰਡ ਪਾਰਟੀ ਹੈ ਜਿਹੜੀ ਉਹ ਤੁਹਾਡੀ ਆਈਡੈਂਟੀਟੀ ਨੂੰ ਡਿਟੈਕਟ ਕਰ ਸਕਦੀ ਹੈ। ਸੋ ਵੈਨ ਯੂ ਆਰ ਯੂਜ਼ਿੰਗ VPN ਇੱਕ ਕੇਵ ਦਾ ਕੰਮ ਕਰਦਾ ਹੈ। ਫॉर ਐਗਜ਼ਾਮਪਲ ਤੁਹਾਨੂੰ ਸਾਹਮਣੇ ਤੋਂ ਆ ਰਿਹਾ ਬੰਦਾ ਦਿਖ ਰਿਹਾ ਹੈ ਪਰ ਜਦੋਂ ਉਹੀ ਬੰਦਾ ਇੱਕ ਕੇਵ ਦੇ ਥਰੂ ਤੁਹਾਡੇ ਕੋਲ ਆਂਦਾ ਹੈ ਤਾਂ ਉਹ ਦਿਖਾਈ ਨਹੀਂ ਦਿੰਦਾ। ਸੋ ਜਦੋਂ ਤੁਸੀਂ VPN ਭਾਵ ਵਿਰਚੁਅਲ ਪ੍ਰਾਈਵੇਟ ਨੈਟਵਰਕ ਨੂੰ ਯੂਜ਼ ਕਰਦੇ ਹੋ ਬੇਟਾ ਤਾਂ ਤੁਹਾਡੀ ਜਿਹੜੀ ਸਰਚਿੰਗ ਹੈ ਉਹ ਬਹੁਤ ਹੀ ਸੇਫ ਹੋ ਜਾਂਦੀ ਹੈ ਤੇ ਤੁਹਾਡੀ ਆਈਡੈਂਟੀਟੀ ਨੂੰ ਕੋਈ ਵੀ ਥਰਡ ਪਾਰਟੀ ਈਵਨ ਕਿ ਤੁਹਾਡਾ ਜਿਹੜਾ ਇੰਟਰਨੈਟ ਸਰਵਿਸ ਪ੍ਰੋਵਾਈਡਰ ਹੈ ਉਹ ਵੀ ਡਿਟੈਕਟ ਨਹੀਂ ਕਰ ਸਕਦਾ। ਇਸੇ ਤਰ੍ਹਾਂ ਅਗਲਾ ਸਕੈਮ ਹੈ ਸੋਸ਼ਲ ਇੰਜੀਨੀਅਰਿੰਗ, ਜਿਸ ਵਿੱਚ ਅਟੈਕਰ ਤੁਹਾਡੇ ਕੰਪਿਊਟਰ ਸਿਸਟਮ ਦੇ ਪੂਰੇ ਐਕਸੈਸ ਨੂੰ ਬਲੌਕ ਕਰ ਦਿੰਦਾ ਹੈ ਤੇ ਉਸ ਨੂੰ ਆਪਣੀ ਕਸਟਡੀ ਵਿੱਚ ਲੈ ਲੈਂਦਾ ਹੈ। ਭਾਵ ਉਹ ਆਪਣੇ ਤਰੀਕੇ ਨਾਲ ਤੁਹਾਡੇ ਕੰਪਿਊਟਰ ਸਿਸਟਮ ਨੂੰ ਯੂਜ਼ ਕਰਦਾ ਹੈ, ਤੁਹਾਡੇ ਕੰਪਿਊਟਰ ਸਿਸਟਮ ਵਿਚਲੇ ਕੌਨਫੀਡੈਂਸ਼ੀਅਲ ਡਾਟਾ ਨੂੰ ਯੂਜ਼ ਕਰਦਾ ਹੈ। ਪਿਆਰੇ ਬੱਚਿਓ, ਸਾਈਬਰ ਸਪੇਸ ਤੇ ਸਾਡੇ ਡਾਟਾ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਭਾਵੇਂ ਸਾਡੀ ਨਿੱਜੀ ਹੁੰਦੀ ਹੈ ਪਰ ਸਰਕਾਰ ਵੱਲੋਂ ਵੀ ਸਾਡੇ ਡਾਟਾ ਨੂੰ ਸਾਈਬਰ ਸਿਕਿਉਰ ਕਰਨ ਦੇ ਲਈ ਕਈ ਪੁਖਤਾ ਕਦਮ ਚੁੱਕੇ ਗਏ ਹਨ, ਜਿਨ੍ਹਾਂ ਦੇ ਤਹਿਤ 17 ਅਕਤੂਬਰ 2000 ਨੂੰ ਇੱਕ IT ਐਕਟ ਪੇਸ਼ ਕੀਤਾ ਗਿਆ ਸਾਈਬਰ ਕ੍ਰਾਈਮ ਦੇ ਅਗੇਂਸਟ ਪ੍ਰਾਇਮਰੀ ਲਾ ਦੇ ਰੂਪ ਵਿੱਚ, ਜਿਸ ਨੂੰ IT ਐਕਟ 2000 ਦਾ ਨਾਮ ਦਿੱਤਾ ਗਿਆ। ਬੱਚਿਓ, IT ਐਕਟ 2000 ਨੂੰ ITA ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਐਕਟ ਦੇ ਤਹਿਤ ਸਾਰੇ ਹੀ ਸੁਰੱਖਿਅਤ ਚੈਨਲਾਂ ਦੁਆਰਾ ਕੀਤੇ ਗਏ ਆਨਲਾਈਨ ਕੰਟਰੈਕਟਸ ਨੂੰ ਕਾਨੂੰਨ ਦੁਆਰਾ ਵੈਲਿਡ ਘੋਸ਼ਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਡੇ ਸਾਰੇ ਹੀ ਇਲੈਕਟ੍ਰੋਨਿਕ ਰਿਕਾਰਡਸ ਤੇ ਸਾਡੇ ਜਿਹੜੇ ਡਿਜੀਟਲ ਸਿਗਨੇਚਰਸ ਨੇ ਉਹਨਾਂ ਦੀ ਸੁਰੱਖਿਆ ਲਈ ਵੀ ਇਹ ਐਕਟ ਬਹੁਤ ਪ੍ਰਾਵਧਾਨ ਉਪਲਬਧ ਕਰਵਾਉਂਦਾ ਹੈ। ਬੱਚਿਓ, IT ਐਕਟ 2000 ਦੀ ਧਾਰਾ 43 ਦੇ ਅਨੁਸਾਰ ਜੇਕਰ ਕੋਈ ਵਿਅਕਤੀ ਕਿਸੇ ਹੋਰ ਵਿਅਕਤੀ ਦੇ ਖਾਤੇ ਵਿੱਚੋਂ ਕਿਸੇ ਵੀ ਤਰ੍ਹਾਂ ਦੀਆਂ ਨਿੱਜੀ ਸੇਵਾਵਾਂ ਪ੍ਰਾਪਤ ਕਰਦਾ ਹੈ ਗੈਰ ਕਾਨੂੰਨੀ ਢੰਗ ਨਾਲ ਕੰਪਿਊਟਰ ਨੂੰ ਯੂਜ਼ ਕਰਕੇ ਜਾਂ ਗੈਰ ਕਾਨੂੰਨੀ ਢੰਗ ਨਾਲ ਹੇਰਾਫੇਰੀ ਦੇ ਜ਼ਰੀਏ ਨੈਟਵਰਕ ਨੂੰ ਯੂਜ਼ ਕਰਕੇ, ਤਾਂ ਉਹ ਵਿਅਕਤੀ ਪ੍ਰਭਾਵਿਤ ਹੋਏ ਵਿਅਕਤੀ ਨੂੰ, ਜਿਸ ਵਿਅਕਤੀ ਦਾ ਨੁਕਸਾਨ ਹੋਇਆ ਹੈ ਉਸ ਵਿਅਕਤੀ ਨੂੰ ਜੁਰਮਾਨਾ ਦੇਣ ਲਈ ਜ਼ਿੰਮੇਵਾਰ ਹੁੰਦਾ ਹੈ। ਇਸੇ ਤਰ੍ਹਾਂ ਬੱਚਿਓ, ਤੁਸੀਂ ਅੱਜ ਕੱਲ੍ਹ ਦੇਖਦੇ ਹੋ ਕਿ ਸੋਸ਼ਲ ਮੀਡੀਆ ਤੇ ਚਾਈਲਡ ਅਬਿਊਜ਼ਮੈਂਟ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਛੋਟੇ ਛੋਟੇ ਬੱਚਿਆਂ ਨੂੰ ਵੱਡੀ ਉਮਰ ਦੇ ਵਿਅਕਤੀਆਂ ਦੁਆਰਾ ਇਮੋਸ਼ਨਲੀ ਬਲੈਕਮੇਲ ਕੀਤਾ ਜਾਂਦਾ ਹੈ, ਚੈਟ ਕਰਕੇ ਉਹਨਾਂ ਨੂੰ ਫਿਜ਼ੀਕਲੀ ਹਰਾਸ਼ ਕੀਤਾ ਜਾਂਦਾ ਹੈ, ਉਹਨਾਂ ਨੂੰ ਮੈਂਟਲੀ, ਇਮੋਸ਼ਨਲੀ ਤੇ ਉਹਨਾਂ ਨੂੰ ਫਾਈਨੈਂਸ਼ਲੀ ਹਰਾਸ਼ ਕੀਤਾ ਜਾਂਦਾ ਹੈ। ਸੋ ਧਾਰਾ 67B ਦੇ ਤਹਿਤ ਚਾਈਲਡ ਅਬਿਊਜ਼ਮੈਂਟ ਦਾ ਜਿਹੜਾ ਮਟੀਰੀਅਲ ਹੈ ਉਸ ਨੂੰ ਆਨਲਾਈਨ ਪਬਲਿਸ਼ ਕਰਨ ਦੇ ਉੱਤੇ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ IT ਐਕਟ 2000 ਦੇ ਵਿੱਚ ਕੁਝ ਅਮੈਂਡਮੈਂਟਸ ਕੀਤੀਆਂ ਗਈਆਂ ਸੀ 2008 ਦੇ ਵਿੱਚ, ਜਿਸ ਵਿੱਚ ਅਲੱਗ-ਅਲੱਗ ਧਾਰਾਵਾਂ ਦੇ ਤਹਿਤ ਡਾਟਾ ਦੀ ਚੋਰੀ ਕਰਨ ਵਾਲਾ, ਕੰਪਿਊਟਰ ਸਿਸਟਮ ਨੂੰ ਹੈਕ ਕਰਨ ਵਾਲਾ, ਪਹਿਚਾਨ ਚੋਰੀ ਕਰਨ ਵਾਲਾ, ਮੈਂਟਲੀ ਹਰਾਸ਼ ਕਰਨ ਵਾਲਾ, ਚਾਈਲਡ ਅਬਿਊਜ਼ਮੈਂਟ ਕਰਨ ਵਾਲਾ ਤੇ ਅਜਿਹੇ ਕਈ ਤਰ੍ਹਾਂ ਦੇ ਹੋਰ ਛੋਟੇ ਤੋਂ ਛੋਟੇ ਅਪਰਾਧ ਤੋਂ ਲੈ ਕੇ ਵੱਡੇ ਅਪਰਾਧ ਕਰਨ ਵਾਲੇ ਵਿਅਕਤੀ ਲਈ ਘੱਟੋ ਘੱਟ 5 ਤੋਂ 7 ਸਾਲ ਦੀ ਸਜ਼ਾ, ਘੱਟੋ ਘੱਟ 3 ਸਾਲ ਦੀ ਸਜ਼ਾ ਜਾਂ 5 ਲੱਖ ਦਾ ਜੁਰਮਾਨਾ, ਜਾਂ ਇੱਥੋਂ ਤੱਕ ਕਿ ਆਤੰਕਵਾਦੀ ਜੇ ਘਟਨਾਵਾਂ ਸਾਈਬਰ ਕ੍ਰਾਈਮ ਦੇ ਜ਼ਰੀਏ, ਸਾਈਬਰ ਸਪੇਸ ਦੇ ਜ਼ਰੀਏ ਆਤੰਕਵਾਦੀ ਘਟਨਾਵਾਂ ਹੁੰਦੀਆਂ ਹਨ ਤਾਂ ਉਹਨਾਂ ਦੇ ਲਈ ਵੀ ਉਮਰ ਕੈਦ ਦਾ ਪ੍ਰਾਵਧਾਨ ਦਿੱਤਾ ਗਿਆ ਹੈ। ਬੱਚਿਓ,
ਸਾਈਬਰ ਕ੍ਰਾਈਮ ਦੇ ਅਗੇਂਸਟ ਜਿਹੜਾ ਆਈਟੀ ਐਕਟ 2000 ਹੈ ਇਹ ਸਾਨੂੰ ਸੁਰੱਖਿਅਤ ਕਰਦਾ ਹੈ ਤੇ ਇਹ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਸਾਡੀ ਜਿਹੜੀ ਨਿੱਜੀ ਜਾਣਕਾਰੀ ਹੈ, ਸਾਡੀ ਫਾਈਨੈਂਸ਼ੀਅਲ ਜਾਣਕਾਰੀ ਹੈ, ਸਾਡੇ ਮੈਡੀਕਲ ਰਿਕਾਰਡਸ ਨੇ ਉਹ ਸਾਈਬਰ ਸਪੇਸ ਤੇ ਸੁਰੱਖਿਅਤ ਰਹਿਣ। ਇਸ ਤੋਂ ਇਲਾਵਾ ਸਾਈਬਰ ਕ੍ਰਾਈਮ ਦੇ ਅਗੇਂਸਟ ਅਜਿਹੇ ਲੋਕ ਜੋ ਇੰਟਰਨੈਟ ਦੀ ਵਰਤੋਂ ਕਰਕੇ ਗਲਤ ਗਤੀਵਿਧੀਆਂ ਕਰਦੇ ਨੇ ਉਹਨਾਂ ਨੂੰ ਰੋਕਣ ਦੇ ਲਈ ਵੀ ਜਿਹੜਾ ਆਈਟੀ ਐਕਟ 2000 ਹੈ ਬਹੁਤ ਜ਼ਿਆਦਾ ਸਹਾਈ ਸਿੱਧ ਹੁੰਦਾ ਹੈ। ਬੱਚਿਓ, ਆਈਟੀ ਐਕਟ ਭਾਵੇਂ ਸਾਨੂੰ ਇੰਨੀਆਂ ਸੁਵਿਧਾਵਾਂ ਦਿੰਦਾ ਹੈ ਪਰ ਫਿਰ ਵੀ ਜਦੋਂ ਅਸੀਂ ਇੰਟਰਨੈਟ ਦੀ ਵਰਤੋਂ ਕਰਦੇ ਹਾਂ, ਕੰਪਿਊਟਰਸ ਦੀ ਵਰਤੋਂ ਕਰਦੇ ਹਾਂ, ਸਾਈਬਰ ਸਪੇਸ ਦੀ ਵਰਤੋਂ ਕਰਦੇ ਹਾਂ ਤਾਂ ਸਾਨੂੰ ਬਹੁਤ ਹੀ ਧਿਆਨ ਦੇ ਨਾਲ ਡਾਟਾ ਟ੍ਰਾਂਸਫਰ, ਬਹੁਤ ਹੀ ਧਿਆਨ ਦੇ ਨਾਲ ਕਮਿਊਨੀਕੇਸ਼ਨ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਵੱਡੇ ਨੁਕਸਾਨ ਤੋਂ ਅਸੀਂ ਬਚ ਸਕੀਏ। ਆਓ ਇਹਨਾਂ ਕ੍ਰਾਈਮਸ ਤੋਂ ਬਚਣ ਲਈ ਹੁਣ ਕੁਝ ਸਿਕਿਉਰਿਟੀ ਟਿਪਸ ਡਿਸਕਸ ਕਰਦੇ ਹਾਂ। ਆਲਵੇਜ਼ ਯੂਜ਼ ਅ ਸਟਰੋਂਗ ਪਾਸਵਰਡ, ਹਮੇਸ਼ਾ ਹੀ ਇੱਕ ਸਟਰੋਂਗ ਪਾਸਵਰਡ ਦੀ ਵਰਤੋਂ ਕਰੋ। ਪਾਸਵਰਡ ਸਟਰੋਂਗ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਪਾਸਵਰਡ ਬਹੁਤ ਹੀ ਲੌਂਗ ਰੱਖਣਾ ਆ। ਪਾਸਵਰਡ ਦੇ ਵਿੱਚ ਤੁਸੀਂ ਨਿਊਮੈਰਿਕਸ, ਐਲਫਾਬੈਟਸ, ਸਪੈਸ਼ਲ ਕਰੈਕਟਰਸ ਨੂੰ ਯੂਜ਼ ਕਰਨਾ ਆ। ਹੋ ਸਕੇ ਤਾਂ ਤੁਸੀਂ ਪਾਸ ਫਰੇਜ਼ ਵੀ ਯੂਜ਼ ਕਰ ਸਕਦੇ ਹੋ। always use your password after some time, frequently ਤੁਸੀਂ ਪਾਸਵਰਡ ਨੂੰ ਚੇਂਜ ਕਰਦੇ ਰਹਿਣਾ ਹੈ। ਕਦੀ ਵੀ ਆਪਣਾ ਪਾਸਵਰਡ ਕਿਤੇ ਪੇਜ ਤੇ ਲਿਖ ਕੇ ਨਾ ਰੱਖੋ। always use two step verification, ਪਾਸਵਰਡ ਪਤਾ ਹੋਣ ਦੇ ਬਾਵਜੂਦ ਬੱਚਿਓ ਕੋਈ ਵੀ ਅਟੈਕਰ ਤੁਹਾਡੇ ਅਕਾਊਂਟ ਨੂੰ ਉਦੋਂ ਤੱਕ ਹੈਕ ਨਹੀਂ ਕਰ ਸਕਦਾ ਜਦੋਂ ਤੱਕ 2 ਸਟੈਪ ਵੈਰੀਫਿਕੇਸ਼ਨ ਦੇ ਜ਼ਰੀਏ ਕੀਤਾ ਗਿਆ OTP ਉਹਦੇ ਕੋਲ ਨਹੀਂ ਜਾਂਦਾ। ਸੋ ਆਪਣੇ ਅਕਾਊਂਟਸ ਤੇ ਹਮੇਸ਼ਾ ਹੀ 2 ਸਟੈਪ ਵੈਰੀਫਿਕੇਸ਼ਨ ਲਗਾ ਕੇ ਰੱਖੋ ਤੇ ਆਪਣੇ OTP ਨੂੰ ਕਦੀ ਵੀ ਕਿਸੇ ਨਾਲ ਸ਼ੇਅਰ ਨਾ ਕਰੋ। ਕਦੀ ਵੀ ਫ੍ਰੀ VPN ਤੇ ਫ੍ਰੀ ਵਾਈਫਾਈ ਅਵੇਲ ਨਾ ਕਰੋ। ਸਮਟਾਈਮਸ ਤੁਸੀਂ ਕਿਸੇ ਵੱਡੇ ਮਾਲ 'ਚ ਜਾਂਦੇ ਹੋ ਜਾਂ ਕਿਤੇ ਫ੍ਰੀ ਵਾਈਫਾਈ ਦੀ ਫੈਸਿਲਿਟੀ ਤੁਹਾਨੂੰ ਅਵੇਲੇਬਲ ਹੁੰਦੀ ਹੈ ਤਾਂ ਤੁਸੀਂ ਉਸ ਨੂੰ ਅਵੇਲ ਕਰ ਲੈਂਦੇ ਹੋ। You never know that you are at the same time you are sharing the confidential data of your mobile phone with that Wi-Fi owner। ਤੁਹਾਨੂੰ ਬਿਲਕੁਲ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਹੁੰਦਾ ਕਿ ਬਿਲਕੁਲ ਸੇਮ ਟਾਈਮ ਤੇ ਤੁਸੀਂ ਆਪਣੇ ਜਿਹੜੇ ਮੋਬਾਈਲ ਦੀ ਪ੍ਰਾਈਵੇਸੀ ਹੈ ਉਹ ਉਸ ਅਟੈਕਰ ਦੇ ਨਾਲ, ਵਾਈਫਾਈ ਦੇ ਓਨਰ ਦੇ ਨਾਲ ਸ਼ੇਅਰ ਕਰ ਰਹੇ ਹੋ। ਸੋ ਕਦੀ ਵੀ ਫ੍ਰੀ VPN ਤੇ ਫ੍ਰੀ ਵਾਈਫਾਈ ਨੂੰ ਅਵੇਲ ਨਾ ਕਰੋ। ਸੋ ਪਿਆਰੇ ਬੱਚਿਓ, ਜਦੋਂ ਵੀ ਤੁਸੀਂ ਕਦੀ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੁੰਦੇ ਹੋ ਤਾਂ ਬਿਲਕੁਲ ਨਹੀਂ ਘਬਰਾਉਣਾ। www.cybercrime.gov.in ਕਰਕੇ ਸਾਈਬਰ ਸੈੱਲ ਦੀ ਇੱਕ ਵੈਬਸਾਈਟ ਹੈ ਜਿੱਥੇ ਤੁਸੀਂ ਆਪਣੀ ਕੰਪਲੇਂਟ ਦਰਜ ਕਰਵਾ ਸਕਦੇ ਹੋ ਤੇ ਤੁਹਾਨੂੰ ਇੱਕ ਡਾਕਟ ਨੰਬਰ ਜਿਹੜਾ ਕਿ ਤੁਹਾਡਾ ਕੰਪਲੇਂਟ ਨੰਬਰ ਹੋਵੇਗਾ ਦਿੱਤਾ ਜਾਵੇਗਾ ਜਿੱਥੋਂ ਤੁਸੀਂ ਆਪਣੀ ਕੰਪਲੇਂਟ ਦਾ ਸਟੇਟਸ ਵੀ ਚੈੱਕ ਕਰ ਸਕਦੇ ਹੋ।